ਲੀਨੀਅਰ ਨॉन ਹੋਮੋਜੀਨੀਅਸ ਰੈਕਰੈਂਸਸ। ਤਾਂ ਇਸ ਦੇ ਬਾਰੇ ਅਸੀਂ ਕਿਹਾ ਸੀਗਾ ਕਿ ਜਿਹੜਾ f of n ਹੈ ਉਸ ਦੇ ਵਿੱਚ ਇਹ ਪੋਸਿਬਿਲਿਟੀਜ਼ ਜੇ ਆ ਜਾਂਦੀਆਂ ਤਾਂ ਅਸੀਂ ਉਹਨੂੰ ਸੋਲਵ ਕਰ ਸਕਦੇ ਹਾਂ ਲੀਨੀਅਰ ਨॉन ਹੋਮੋਜੀਨੀਅਸ ਨੂੰ। ਇਸ ਦੇ ਵਿੱਚੋਂ ਦੋ ਕੇਸਿਸ ਜਿਹੜੇ ਹੈ ਇਹ ਮੈਂ ਤੁਹਾਨੂੰ ਸੋਲਵ ਕਰਵਾਤੇ ਸੀ, ਵਨ ਇਜ਼ ਕਾਂਸਟੈਂਟ, ਅਦਰ ਇਜ਼ ਐਕਸਪੋਨੈਂਸ਼ੀਅਲ। ਇਹ ਦੋ ਕੇਸਿਸ ਜਿਹੜੇ ਹੈ ਪਿਛਲੇ ਵੀਡੀਓਜ਼ ਲੈਕਚਰਸ ਦੇ ਵਿੱਚ ਇਹ ਡਿਸਕਸ ਹੋ ਚੁੱਕੇ ਹੈ। ਤੇ ਅੱਜ ਅਸੀਂ ਡਿਸਕਸ ਕਰਨਾ ਹੈ ਪੋਲੀਨੋਮੀਅਲ ਦੇ ਲਈ ਕਿ ਅਗਰ f of n ਦੀ ਵੈਲਿਊ ਪੋਲੀਨੋਮੀਅਲ ਫਾਰਮ ਦੇ ਵਿੱਚ ਆਏਗੀ ਤਾਂ ਉਹਦੇ ਲਈ ਪਾਰਟਿਕੂਲਰ ਸੋਲੂਸ਼ਨ ਤੁਸੀਂ ਕਿਵੇਂ ਫਾਈਂਡ ਕਰਨਾ ਹੈ। ਠੀਕ ਹੈ, ਤੇ ਫਿਰ ਆਪਣੇ ਕੋਲ ਜਿਹੜੇ ਮੈਥਡਸ ਹੈ ਉਸ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਜਿਵੇਂ ਕੋਈ ਆ ਰੈਕਰੈਂਸ ਰਿਲੇਸ਼ਨ ਤੁਹਾਨੂੰ ਗਿਵਨ ਹੈ ਤਾਂ ਇਸ ਰੈਕਰੈਂਸ ਰਿਲੇਸ਼ਨ ਨੂੰ ਅਗਰ ਤੁਸੀਂ ਚੈੱਕ ਕਰਨਾ ਹੈ ਕਿ ਹੋਮੋਜੀਨੀਅਸ ਹੈ ਕਿ ਨਾਨ ਹੋਮੋਜੀਨੀਅਸ ਹੈ ਤਾਂ ਇਹ ਚੈੱਕ ਕਰੋ ਕਿ an ਦੀਆਂ ਟਰਮਸ ਤੋਂ ਇਲਾਵਾ ਅਗਰ ਕੋਈ ਹੋਰ ਟਰਮ ਵੀ ਹੈਗੀ ਹੈ, ਜਿਵੇਂ ਇਸ ਕੁਐਸਚਨ ਦੇ ਵਿੱਚ 1 ਹੈਗੀ ਹੈ ਤਾਂ ਇਹ ਕੀ ਹੈ, ਨਾਨ ਹੋਮੋਜੀਨੀਅਸ ਹੈ। ਅਗਰ ਸਾਰੀਆਂ ਟਰਮਸ ਕੱਲੀਆਂ an ਵਾਲੀਆਂ ਤਾਂ ਇਹ ਹੋਮੋਜੀਨੀਅਸ ਹੁੰਦਾ, ਬਟ ਜੇ ਇੱਕ ਵੀ ਟਰਮ an ਤੋਂ ਬਿਨਾ ਆ ਗਈ ਇਸ ਰੈਕਰੈਂਸ ਰਿਲੇਸ਼ਨ ਦੇ ਵਿੱਚ ਦੈਨ ਇਟ ਇਜ਼ ਅ ਨਾਨ ਹੋਮੋਜੀਨੀਅਸ ਰੈਕਰੈਂਸ ਰਿਲੇਸ਼ਨ। ਔਰ ਇਹਦੇ ਲਈ ਇਨੀਸ਼ੀਅਲ ਕੰਡੀਸ਼ਨਸ ਤਾਂ ਪਹਿਲਾਂ ਅਸੀਂ ਕੀ ਕਰਨਾ ਹੁੰਦਾ ਹੈਗਾ ਇਹਦੇ ਵਿੱਚ ਕਿ ਜਿਹੜਾ ਆਪਣੇ ਕੋਲ ਇਹ ਨਾਨ ਹੋਮੋਜੀਨੀਅਸ ਵਾਲਾ ਰੈਕਰੈਂਸ ਰਿਲੇਸ਼ਨ ਹੈ ਇਹਦਾ ਐਸੋਸੀਏਟਿਡ ਹੋਮੋਜੀਨੀਅਸ ਫਾਈਂਡ ਕਰਨਾ ਹੁੰਦਾ। ਫਿਰ ਉਹ ਹੋਮੋਜੀਨੀਅਸ ਰੈਕਰੈਂਸ ਰਿਲੇਸ਼ਨ ਦੇ ਕੈਰੈਕਟਰਿਸਟਿਕ ਇਕੁਏਸ਼ਨ ਫਾਈਂਡ ਕਰਨੀ ਹੁੰਦੀ ਹੈ ਤੇ ਕੈਰੈਕਟਰਿਸਟਿਕ ਇਕੁਏਸ਼ਨ ਦੇ ਰੂਟਸ ਫਾਈਂਡ ਕਰਕੇ ਪਹਿਲਾਂ ਹੋਮੋਜੀਨੀਅਸ ਸੋਲੂਸ਼ਨ ਫਾਈਂਡ ਕਰਨਾ। ਫਿਰ ਜੋ ਇਕੁਅਲ ਟੂ ਸਾਨੂੰ ਦਿੱਤਾ ਹੁੰਦਾ ਹੈ ਜਿਹੜਾ ਬਿਨਾ an ਤੋਂ ਟਰਮ ਹੈਗੀ ਜਿਹੜੀ f of n ਹੈ ਜਿਹੜਾ ਉਹਦੇ ਮੁਤਾਬਿਕ ਅਸੀਂ ਇੱਕ ਹੋਰ ਸੋਲੂਸ਼ਨ ਇਹਦਾ ਫਾਈਂਡ ਕਰਦੇ ਹਾਂ ਵਿਚ ਇਜ਼ ਕਾਲਡ ਦਾ ਪਾਰਟਿਕੂਲਰ ਸੋਲੂਸ਼ਨ। ਤਾਂ ਇਸ ਰੈਕਰੈਂਸ ਰਿਲੇਸ਼ਨ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ fn ਆਪਣਾ ਕਾਂਸਟੈਂਟ ਹੈ ਤਾਂ ਇਹਨੂੰ ਕਿਵੇਂ ਸੋਲਵ ਕਰਨਾ ਹੈ ਇਹ ਵੀਡੀਓ ਨੰਬਰ ਜਿਹੜੀ ਆਪਣੀ 3 ਸੀਗੀ ਵੀਡੀਓ ਨੰਬਰ 4 ਸੀ ਜਿਹੜੀ ਉਹਦੇ ਵਿੱਚ ਡਿਸਕਸ ਹੋਇਆ ਸੀਗਾ। ਠੀਕ ਹੈ, ਤੇ ਸੈਕੰਡ ਅਸੀਂ ਇਹ ਡਿਸਕਸ ਕੀਤਾ ਸੀਗਾ ਕਿ ਜਦੋਂ ਇਕੁਅਲਸ ਟੂ ਤੋਂ ਬਾਅਦ ਹੋਮੋਜੀਨੀਅਸ ਆਪਣਾ ਇਹ ਆ ਜਾਏ ਐਕਸਪੋਨੈਂਸ਼ੀਅਲ ਆ ਜਾਏ ਤਾਂ ਇਹਦਾ ਮਤਲਬ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ an ਵਾਲੀਆਂ ਇਹ ਟਰਮਸ ਹੈ ਬਟ f of n ਕੀ ਹੈ 5 ਦੀ ਪਾਵਰ n, ਦੈਟ ਮੀਨਸ ਐਕਸਪੋਨੈਂਸ਼ੀਅਲ ਹੈ। ਤਾਂ ਜਦੋਂ ਐਕਸਪੋਨੈਂਸ਼ੀਅਲ ਆ ਜਾਏਗਾ ਤਾਂ ਉਹਨੂੰ ਕਿਵੇਂ ਸੋਲਵ ਕਰਨਾ ਹੈ ਇਹ ਵੀਡੀਓ ਨੰਬਰ 5 ਦੇ ਵਿੱਚ ਜਿਹੜਾ ਹੈ ਇਹ ਡਿਸਕਸ ਹੋਇਆ ਸੀ। ਤੇ ਅੱਜ ਅਸੀਂ ਡਿਸਕਸ ਕਰਨਾ ਹੈ when we have f of n is a polynomial। ਤਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਉਹ n ਸਕੁਅਰ ਦਿੱਤਾ ਹੋਇਆ that means it is a polynomial। ਤਾਂ ਫਿਰ ਇਸ ਨੂੰ ਸੋਲਵ ਕਰਨ ਦਾ ਮੈਥਡ ਉਹੀ ਹੈ, ਪਹਿਲਾਂ ਅਸੀਂ ਹੋਮੋਜੀਨੀਅਸ ਸੋਲੂਸ਼ਨ ਫਾਈਂਡ ਕਰਾਂਗੇ ਫਿਰ ਅਸੀਂ ਪਾਰਟਿਕੂਲਰ ਸੋਲੂਸ਼ਨ ਫਾਈਂਡ ਕਰਾਂਗੇ। ਤਾਂ ਹੋਮੋਜੀਨੀਅਸ ਸੋਲੂਸ਼ਨ ਉਸੇ ਤਰ੍ਹਾਂ ਹੀ ਐਸੋਸੀਏਟਿਡ ਹੋਮੋਜੀਨੀਅਸ ਰੈਕਰੈਂਸ ਰਿਲੇਸ਼ਨ ਜਿਹੜਾ ਹੈਗਾ ਉਹ ਅਸੀਂ ਦੇਖ ਲੈਣਾ ਇਹਦਾ ਕੀ ਬਣੇਗਾ। ਆਬਵੀਅਸਲੀ ਜਿਹੜਾ f of n ਹੈ ਉਹਨੂੰ ਇਗਨੋਰ ਕਰਕੇ 0 ਲਿਖ ਲੈਣੇ ਹੁੰਦੇ ਆ an 4an 1 3an 2 0। ਤੇ ਇਸ ਦੇ ਅਕੋਰਡਿੰਗਲੀ ਫਿਰ ਕੈਰੈਕਟਰਿਸਟਿਕ ਇਕੁਏਸ਼ਨ ਕੀ ਬਣੇਗੀ, 2 ਆਰਡਰ ਦਾ ਰੈਕਰੈਂਸ ਰਿਲੇਸ਼ਨ ਹੈ ਤਾਂ r square - 4r + 3 0 and its roots are r - 3 r - 1 factors are r - 3 r - 1 and roots are 1 3। ਤਾਂ ਅਕੋਰਡਿੰਗਲੀ ਜਿਹੜਾ ਆਪਣੇ ਕੋਲ ਹੋਮੋਜੀਨੀਅਸ ਸੋਲੂਸ਼ਨ ਹੈ ਦੈਟਸ ਵਾਈ ਵੀ ਹੈਵ ਰਿਟਨ ANH। ਜਿਹੜਾ ਹੋਮੋਜੀਨੀਅਸ ਸੋਲੂਸ਼ਨ ਹੈ ਉਹ ਕੀ ਬਣ ਗਿਆ α1 1 ਦੀ ਪਾਵਰ n + α2 3 ਦੀ ਪਾਵਰ n। ਤਾਂ ਹੋਮੋਜੀਨੀਅਸ ਵਾਲਾ ਪਾਰਟ ਤਾਂ ਹੋ ਗਿਆ, ਹੁਣ ਪਾਰਟਿਕੂਲਰ ਸੋਲੂਸ਼ਨ ਵਾਲਾ ਆਉਣਾ। ਪਾਰਟਿਕੂਲਰ ਸੋਲੂਸ਼ਨ ਦੇ ਲਈ ਟੂ ਫਾਈਂਡ ਦਾ ਪਾਰਟਿਕੂਲਰ ਸੋਲੂਸ਼ਨ ਕੀ ਕਰਨਾ ਹੈ, ਕੀ ਤਰੀਕਾ ਹੈਗਾ ਪਾਰਟਿਕੂਲਰ ਸੋਲੂਸ਼ਨ ਇਸ ਦੇ ਲਈ ਸਪੋਜ਼ ਕਰਨ ਦਾ। ਪੋਲੀਨੋਮੀਅਲ ਦੇ ਕੇਸ ਵਿੱਚ ਤੁਸੀਂ ਜਸਟ ਪੋਲੀਨੋਮੀਅਲ ਦੀ ਡਿਗਰੀ ਜਿਹੜੀ ਹੈਗੀ ਹੈ ਉਹ ਨੋਟ ਕਰਨੀ ਹੈ ਕਿੰਨੀ ਗਿਵਨ ਹੈ। ਪੋਲੀਨੋਮੀਅਲ ਦੀ ਡਿਗਰੀ ਸਾਨੂੰ 2 ਗਿਵਨ ਹੈ n ਸਕੁਅਰ, ਚਾਹੇ ਬਾਕੀ ਦੀਆਂ ਟਰਮਸ ਇਹਦੇ ਨਾਲ ਹੈ ਨਹੀਂ, n ਵਾਲੀ ਵੀ ਨਹੀਂ ਹੈ ਜਾਂ ਕਾਂਸਟੈਂਟ ਟਰਮ ਵੀ ਨਹੀਂ ਹੈ, ਬਟ ਮੈਕਸਿਮਮ ਜਿਹੜਾ ਹੈ n ਸਕੁਅਰ ਗਿਵਨ ਹੈ ਇਹ ਡਿਗਰੀ ਹੋਏ। ਤਾਂ ਇਹ ਡਿਗਰੀ ਤੁਸੀਂ ਦੇਖਣੀ ਹੈ ਕਿੰਨੀ ਹੈ ਔਰ ਇਹਦਾ ਪਾਰਟਿਕੂਲਰ ਸੋਲੂਸ਼ਨ ਜਿਹੜਾ ਹੈ ਇਹ ਉਨੇ ਹੀ ਡਿਗਰੀ ਦਾ ਇੱਕ ਕੰਪਲੀਟ ਪੋਲੀਨੋਮੀਅਲ ਤੁਸੀਂ ਸਪੋਜ਼ ਕਰਨਾ ਹੈ। ਚਾਹੇ ਤੁਹਾਨੂੰ ਕੱਲਾ n ਸਕੁਅਰ ਗਿਵਨ ਹੈ ਬਟ ਯੂ ਹੈਵ ਟੂ ਸਪੋਜ਼ ਦਾ ਕੰਪਲੀਟ ਪੋਲੀਨੋਮੀਅਲ ਆਫ ਡਿਗਰੀ 2। ਤਾਂ ਕੰਪਲੀਟ ਦਾ ਮਤਲਬ ਇਹ ਹੁੰਦਾ ਕਿ n ਸਕੁਅਰ ਵਾਲੀ ਟਰਮ ਵੀ ਆਵੇ, ਫਿਰ n ਦੀ ਪਾਵਰ 1 ਵਾਲੀ ਵੀ ਆਵੇ ਤੇ n ਦੀ ਪਾਵਰ 0 ਵਾਲੀ ਵੀ ਆਵੇ, ਮਤਲਬ ਕਾਂਸਟੈਂਟ ਟਰਮ ਵੀ ਆਵੇ। ਤਾਂ ਸਕੁਅਰ ਤੋਂ ਲੈ ਕੇ ਕਾਂਸਟੈਂਟ ਤੱਕ ਤੁਸੀਂ ਇਹ ਕੰਪਲੀਟ ਸਪੋਜ਼ ਕਰਨਾ ਹੈ। ਤੇ ਫਿਰ ਹੁਣ ਇਸ ਦੇ ਵਿੱਚ ਫਰਦਰ ਜਦੋਂ ਅਸੀਂ ਇਹ ਸਪੋਜ਼ ਕਰ ਲਿਆ ਨਾਲ ਦੀ ਨਾਲ ਤੁਸੀਂ ਇਹ ਚੈੱਕ ਕਰਨਾ ਹੁੰਦਾ ਹੈਗਾ ਜਿਵੇਂ ਇਹ ਪ੍ਰੀਵੀਅਸ ਲੈਕਚਰਸ ਦੇ ਵਿੱਚ ਵੀ ਡਿਸਕਸ ਹੋਇਆ ਸੀਗਾ ਕਿ ਕਿਤੇ ਇਹਨੂੰ ਸੋਲਵ ਕਰਦੇ ਕਰਦੇ ਕੇਸ ਆਫ ਫੇਲਿਅਰ ਨਾ ਬਣ ਜਾਏ। ਕਿਤੇ ਜਾ ਕੇ ਇਹ ਨਾ ਹੋਵੇ ਜਿਵੇਂ ਆਪਣੇ ਕੋਲ ਪਹਿਲਾਂ ਵੀ ਡਿਸਕਸ਼ਨ ਹੋਈ ਸੀਗੀ ਕਿ ਜਦੋਂ ਆਪਣੇ ਕੋਲ ਇਹ ਕਾਂਸਟੈਂਟਸ ਦੀਆਂ ਵੈਲਿਊਜ਼ ਨਹੀਂ ਨਿਕਲਦੀਆਂ, ਜਦੋਂ ਅਸੀਂ ਇਹ an ਦੀ ਵੈਲਿਊ an - 1 ਦੀ ਵੈਲਿਊ an - 2 ਦੀ ਵੈਲਿਊ ਇਹਦੇ ਵਿੱਚ ਸਬਸਟੀਟਿਊਟ ਕਰਦੇ ਆ ਤਾਂ c d f ਜਿਹੜੇ ਹੈ ਇਹ ਅਨਨੋਨ ਸਾਡੇ ਸੋਲਵ ਨਹੀਂ ਹੁੰਦੇ, ਤਾਂ ਕੋਈ ਕੰਟਰਾਡਿਕਸ਼ਨ ਰੇਜ਼ ਹੋ ਜਾਂਦੀ ਹੈ ਕੈਲਕੂਲੇਸ਼ਨ ਦੇ ਵਿੱਚ, ਤਾਂ ਉਦੋਂ ਅਸੀਂ ਕਹਿ ਦਿੰਦੇ ਹਾਂ ਕੇਸ ਆਫ ਫੇਲਿਅਰ। ਤਾਂ ਅਗਰ ਉਸ ਸਟੈਪ ਤੋਂ ਅਸੀਂ ਬਚਣਾ ਹੈਗਾ ਕਿ ਕੇਸ ਆਫ ਫੇਲਿਅਰ ਸਾਡੇ ਕੋਲ ਐਗਜ਼ਿਸਟ ਹੀ ਨਾ ਕਰੇ, ਪਹਿਲਾਂ ਹੀ ਸਾਨੂੰ ਪਤਾ ਲੱਗ ਜਾਏ ਕਿ ਇਹਨੂੰ ਜੇ ਅਸੀਂ ਸਪੋਜ਼ ਕਰਦੇ ਹਾਂ ਕੇਸ ਆਫ ਫੇਲਿਅਰ ਬਣੂਗਾ ਕਿ ਨਹੀਂ ਬਣੂਗਾ, ਤਾਂ ਉਹਦੇ ਲਈ ਚੈੱਕ ਕਰਨ ਦਾ ਮੈਥਡ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਤੁਸੀਂ ਇਹ ਜਿਹੜਾ ਹੋਮੋਜੀਨੀਅਸ ਸੋਲੂਸ਼ਨ ਹੈ ਇਹਨੂੰ ਨਿਗਾਹ ਮਾਰੋ ਕਿ ਇਹਦੇ ਵਿੱਚ ਕੋਈ ਟਰਮ ਐਸੀ ਤਾਂ ਨਹੀਂ, ਕੋਈ ਇੱਕ ਵੀ ਟਰਮ ਜਿਹੜੀ ਕਿ ਤੁਹਾਡੇ ਇਸ ਪਾਰਟਿਕੂਲਰ ਸੋਲੂਸ਼ਨ ਜੋ ਤੁਸੀਂ ਸਪੋਜ਼ ਕੀਤਾ ਇਹਦੇ ਨਾਲ ਮੈਚ ਕਰਦੀ ਹੋ। ਤਾਂ ਤੁਸੀਂ ਇਹਦੇ ਵਿੱਚ ਇੱਕ ਚੀਜ਼ ਇਹ ਦੇਖੋਗੇ ਕਿ ਜਿਹੜਾ ਕੱਲਾ ਕਾਂਸਟੈਂਟ ਅਸੀਂ f ਲਿੱਤਾ ਹੋਇਆ ਇਸ ਦੇ ਵਿੱਚ
ਆ ਵਾਲਾ ਜਿਹੜਾ f ਲਿੱਤਾ ਹੈਗਾ ਪਲੱਸ f ਇਹ ਤੁਹਾਡਾ ਇਹਦੇ ਨਾਲ ਮੈਚ ਕਰ ਰਿਹਾ ਹੈਗਾ। ਇਹ ਦੇਖੋ ਅਲਫਾ 1 into 1 ਦੀ ਪਾਵਰ n ਦੇ ਨਾਲ ਇਹਦੇ ਨਾਲ ਮੈਚ ਕਰ ਰਿਹਾ, ਕਿਉਂਕਿ ਇਹ ਵਾਲੀ ਟਰਮ ਜਿਹੜੀ ਹੈ ਇਟ ਇਜ਼ ਓਨਲੀ ਅਲਫਾ 1, 1 ਦੀ ਪਾਵਰ n ਤਾਂ 1 ਹੀ ਹੋ ਜਾਣਾ, ਤਾਂ ਅਲਫਾ ਦੀ ਪਾਵਰ 1 ਅਲਫਾ 1 ਸੌਰੀ। ਸੋ ਦੈਟ ਮੀਨਸ ਇਹ ਇੱਕ ਕਾਂਸਟੈਂਟ ਹੈ, ਔਰ ਜਿਹੜਾ ਅਸੀਂ ਹੋਮੋ ਪਾਰਟਿਕੂਲਰ ਦੇ ਵਿੱਚ ਸਪੋਜ਼ ਕੀਤਾ ਸੀਗਾ f ਕੱਲਾ f ਜਿਹੜਾ ਲਿੱਤਾ ਹੋਇਆ ਉਹ ਵੀ ਇੱਕ ਕੱਲਾ ਕਾਂਸਟੈਂਟ ਹੈ, ਇਹਦੇ ਵਰਗਾ ਹੀ ਹੈ। ਤਾਂ ਇਹ ਦੋਵੇਂ ਜਿਹੜੇ ਹੈ ਇਹ ਸਿਮਿਲਰ ਮੰਨੇ ਜਾਣਗੇ, ਕਿਉਂਕਿ ਇਹ ਵੀ ਇੱਕ ਕਾਂਸਟੈਂਟ ਹੈ ਕੱਲਾ ਔਰ ਇਹ ਵੀ ਇੱਕ ਕੱਲਾ ਕਾਂਸਟੈਂਟ ਹੈ। ਤਾਂ ਹੀ ਕਰਕੇ ਉਰੇ ਲਿਖਿਆ ਹੈਗਾ but the homogeneous solution contains some of the similar terms, some of the similar terms ਸਾਰੀਆਂ ਨਹੀਂ ਹੈਗੀਆਂ ਬਟ ਕੱਲਾ f ਜਿਹੜਾ ਹੈਗਾ ਉਹ ਹੈਗਾ ਇਹਦੇ ਵਿੱਚ। ਫਿਰ ਅਸੀਂ ਕੀ ਕਰਨਾ ਹੁੰਦਾ ਹੈ, ਜੇ ਇਹਦੇ ਵਰਗੀ ਟਰਮ ਉਹਦੇ ਵਿੱਚ ਮਿਲ ਜਾਏ ਦੈਨ ਫਿਰ ਉਹੀ ਲੌਜੀਕ ਹੈਗਾ ਜੋ ਪਹਿਲਾਂ ਵੀ ਡਿਸਕਸ਼ਨ ਹੋਈ ਹੈ ਕਾਂਸਟੈਂਟ ਦੇ ਕੇਸ ਵਿੱਚ ਔਰ ਐਕਸਪੋਨੈਂਸ਼ੀਅਲ ਦੇ ਕੇਸ ਵਿੱਚ। ਤਾਂ ਤੁਸੀਂ ਇਸ ਸਾਰੇ ਨੂੰ ਕਿਸ ਨਾਲ ਮਲਟੀਪਲਾਈ ਕਰ ਦੇਣਾ, n ਦੇ ਨਾਲ ਮਲਟੀਪਲਾਈ ਕਰ ਦੇਣਾ। ਆ ਸਾਰਾ ਜਿਹੜਾ cn² + dn + f ਸੀਗਾ ਇਹ ਕਿਹਦੇ ਨਾਲ ਮਲਟੀਪਲਾਈ ਹੋ ਗਿਆ, n ਨਾਲ ਮਲਟੀਪਲਾਈ ਹੋ ਗਿਆ। ਨਾਓ ਜੇ ਇਹਨੂੰ n ਨਾਲ ਮਲਟੀਪਲਾਈ ਕੀਤਾ ਇਹ ਤੁਹਾਡੇ ਕੋਲ ਇਸ ਦੇ ਵਿੱਚ ਚੇਂਜ ਹੋ ਜਾਏਗਾ cn³ + dn² + fn। ਤੇ ਹੁਣ ਤੁਸੀਂ ਇਹਨੂੰ ਚੈੱਕ ਕਰੋ ਕੋਈ ਐਸੀ ਟਰਮ ਹੈ ਜਿਹੜੀ ਤੁਹਾਡੀ ਹੋਮੋਜੀਨੀਅਸ ਨਾਲ ਮੈਚ ਕਰਦੀ ਹੈ। ਤਾਂ ਹੋਮੋਜੀਨੀਅਸ ਮੈਂ ਉਰੇ ਲਿਖ ਦੇਣਾ, ਇਹ ਸੀਗਾ ਤੁਹਾਡਾ ਅਲਫਾ 1 + ਅਲਫਾ 2 3 ਦੀ ਪਾਵਰ n। ਤਾਂ ਹੁਣ ਕੋਈ ਵੀ ਟਰਮ ਜਿਹੜੀ ਹੈ ਤੁਹਾਡੀ ਇਹਦੇ ਨਾਲ ਨਹੀਂ ਮੈਚ ਕਰਦੀ। ਉਰੇ ਅਲਫਾ 1 ਕੱਲਾ ਕਾਂਸਟੈਂਟ ਹੈ, ਸਾਡੇ ਕੋਲ ਕੱਲਾ ਕਾਂਸਟੈਂਟ ਕਿਤੇ ਵੀ ਨਹੀਂ ਹੈ, n ਹੈਗਾ ਸਾਰਿਆਂ ਦੇ ਨਾਲ। ਤੇ ਅਲਫਾ 2 into 3 ਦੀ ਪਾਵਰ n ਹੈ, ਬਟ ਉਰੇ ਕਿਤੇ ਵੀ ਕਿਸੇ ਦੇ ਨਾਲ 3 ਦੀ ਪਾਵਰ n ਨਹੀਂ ਹੈਗਾ ਸਾਡੇ ਕੋਲ। ਤਾਂ ਇਟ ਮੀਨਸ ਇਹ ਤਿੰਨੋਂ ਦੀਆਂ ਤਿੰਨੋਂ ਟਰਮਸ ਹੁਣ ਇਹਦੇ ਨਾਲੋਂ ਡਿਫਰੈਂਟ ਹੈ ਜੋ ਸਾਡਾ ਹੋਮੋਜੀਨੀਅਸ ਸੀਗਾ। ਇਹ ਸਪੋਜ਼ ਕੀਤਾ ਹੋਇਆ ਹੈਗਾ ਅਸੀਂ, ਠੀਕ ਹੈ, cn³ + dn² + fn। ਹੁਣ ਇਹਦੇ ਵਿੱਚ ਕੋਈ ਵੀ ਟਰਮ ਸਾਡੇ ਹੋਮੋਜੀਨੀਅਸ ਨਾਲ ਮੈਚ ਨਹੀਂ ਕਰਦੀ। ਤਾਂ ਹੁਣ ਇਹ an ਦੀ ਵੈਲਿਊ an - 1 ਦੀ ਵੈਲਿਊ ਅਸੀਂ ਫਾਈਂਡ ਕਰ ਲਾਂਗੇ ਅਕੋਰਡਿੰਗਲੀ। ਕਿਵੇਂ ਫਾਈਂਡ ਕਰਨੀ, n ਨੂੰ ਚੇਂਜ ਕਰ ਦੇਣਾ n - 1 ਸਾਰੇ ਕਿਤੇ, ਤੇ ਫਿਰ ਇਸੇ ਤਰ੍ਹਾਂ an - 2 ਫਾਈਂਡ ਕਰ ਲੈਣਾ, ਜਿੱਥੇ ਜਿੱਥੇ n ਹੈ ਉਹਨੂੰ n - 2 ਦੇ ਵਿੱਚ ਚੇਂਜ ਕਰ ਦੇਣਾ ਹੈਗਾ, ਠੀਕ ਹੈ। an - 2 ਦੀ ਵੈਲਿਊ ਵੀ ਆ ਜਾਏਗੀ, ਤੇ ਫਿਰ ਇਹ ਤਿੰਨੇ ਵੈਲਿਊਜ਼ ਤੁਹਾਡੀਆਂ ਇਸ ਰਿਲੇਸ਼ਨ ਦੇ ਵਿੱਚ ਤੁਸੀਂ ਪੁੱਟ ਕਰ ਦੇਣੀਆਂ ਹੈਗੀਆਂ। ਉਰੇ ਉਰੇ ਇਹ ਵਾਲੀ ਟਰਮ ਇਸ ਰਿਲੇਸ਼ਨ ਦੇ ਵਿੱਚ ਪੁੱਟ ਕਰਕੇ ਬਣਾਈ ਹੋਈ ਹੈ ਆ ਸਾਰੀ, ਠੀਕ ਹੈ। ਤਾਂ an ਦੀ ਵੈਲਿਊ ਤੁਸੀਂ ਦੇਖ ਸਕਦੇ ਹੋ ਸਬਸਟੀਟਿਊਟਡ ਹੈ। an ਦੀ ਵੈਲਿਊ ਜਿਹੜੀ ਹੈ ਉਹ ਸਾਡੀ ਆ ਵਾਲੀ ਹੈਗੀ cn³ + dn² + fn। an - 1 ਦੀ ਵੈਲਿਊ ਆ ਸਾਰੀ ਸਬਸਟੀਟਿਊਟਡ ਹੈ, ਦੇਖ ਸਕਦੇ ਹੋ -4 ਟਾਈਮਸ ਆ ਸਾਰੀ an - 1 ਦੀ ਵੈਲਿਊ ਹੋਗੀ, ਤੇ 3 an - 2 ਇਹ ਸਾਰੀ ਸਾਡੇ ਕੋਲ an - 2 ਦੀ ਵੈਲਿਊ ਹੋਗੀ, ਔਰ ਇਕੁਅਲਸ ਟੂ ਸਾਡੇ ਕੋਲ n² ਹੈ। ਤਾਂ ਸਿੰਪਲ ਹੀ ਵੈਲਿਊ ਸਬਸਟੀਟਿਊਟ ਕੀਤੀਆਂ ਹੈਗੀਆਂ। ਹੁਣ ਤੁਸੀਂ ਕੀ ਕਰਨਾ ਹੈ, ਜਿਹੜੇ ਆ ਸਕੁਅਰਸ ਹੈ ਜਿਹੜੇ ਕਿਊਬਸ ਹੈ ਸਾਰੇ ਓਪਨ ਕਰਨੇ। ਤਾਂ ਮੈਂ ਸਟੈਪ ਬਾय ਸਟੈਪ ਲਿਖਿਆ ਹੋਇਆ, ਇਹ ਟਰਮ ਐਜ਼ ਇਟ ਇਜ਼ ਉਰੇ ਲਿਖਤੀ, ਇਹਦੇ ਨਾਲ ਹੀ ਹੈ ਕੰਟੀਨਿਊਏਸ਼ਨ ਚ, ਠੀਕ ਹੈ। ਤਾਂ ਅਲੱਗ-ਅਲੱਗ ਮੈਂ ਡਿਸਟਿੰਗੁਇਸ਼ ਕਰਨਾ ਸੀ ਤਾਂ ਅਲੱਗ-ਅਲੱਗ ਸਟੈਪਸ ਦੇ ਵਿੱਚ ਲਿਖਤਾ। n - 1 ਦਾ ਕਿਊਬ ਜਿਹੜਾ ਹੈਗਾ ਓਪਨ ਕਰੋਗੇ ਆ ਟਰਮਸ ਆਉਣਗੀਆਂ, n - 1 ਦਾ ਸਕੁਅਰ ਓਪਨ ਕਰੋਗੇ ਆ ਟਰਮਸ ਆਉਣਗੀਆਂ, n - 1 ਐਜ਼ ਇਟ ਇਜ਼ ਹੈ। ਸਿਮਿਲਰਲੀ ਅਗਲੀ ਬ੍ਰੈਕਟ ਹੈ n - 2 ਕਿਊਬ, ਇਹਨੂੰ ਜਦੋਂ ਓਪਨ ਕਰੋਗੇ ਯੂ ਵਿਲ ਗੈਟ ਦਿਸ ਟਰਮ, ਓਕੇ। n - 2 ਦਾ ਸਕੁਅਰ ਓਪਨ ਕਰੋਗੇ ਇਹ ਟਰਮਸ ਆ ਜਾਣਗੀਆਂ, ਫਿਰ fn - 2 ਇਕੁਅਲਸ ਟੂ ਆਪਣੇ ਕੋਲ ਹੈ ਹੀ ਕਿਆ n²। ਤਾਂ ਇਹ ਸਾਰਾ ਆਪਣੇ ਕੋਲ ਜਿਹੜਾ ਹੈ ਵੈਲਿਊਜ਼ ਸਬਸਟੀਟਿਊਟ ਕਰਕੇ ਸਕੁਅਰ ਕਿਊਬਸ ਓਪਨ ਕਰਕੇ ਬਣਿਆ ਹੈਗਾ ਐਕਸਪ੍ਰੈਸ਼ਨ ਇਹ ਵਾਲਾ ਸਾਰਾ। ਹੁਣ ਇਸ ਦੇ ਵਿੱਚ ਤੁਸੀਂ ਕੀ ਕਰਨਾ, ਡਿਗਰੀ ਵਾਈਜ਼ ਟਰਮਸ ਜਿਹੜੀਆਂ ਹੈਗੀਆਂ ਉਹ ਇਕੱਠੀਆਂ ਕਰਨੀਆਂ ਹੈਗੀਆਂ। ਤਾਂ ਇਹ ਟਰਮ ਰਿਪੀਟਡ ਉਰੇ ਮੈਂ ਅਗਲੇ ਸਲਾਈਡ ਦੇ ਵਿੱਚ ਲਿਖਤੀ ਹੈਗੀ ਦੁਬਾਰਾ ਤੋਂ। ਹੁਣ ਇਹਦੇ ਵਿੱਚੋਂ ਟਰਮਸ ਕਿਵੇਂ ਇਕੱਠੀਆਂ ਕਰਨੀਆਂ, ਤੁਸੀਂ ਪਹਿਲਾਂ ਕਿਊਬ ਵਾਲੇ ਕੋਐਫੀਸ਼ੀਐਂਟਸ ਇਕੱਠੇ ਕਰੋਗੇ। ਤਾਂ ਕਿਊਬ ਵਾਲਾ ਇੱਕ c ਹੈ, ਇੱਥੋਂ ਦੀ ਕੀ ਬਣੇਗਾ, ਕਿਊਬ ਦਾ ਕੋਐਫੀਸ਼ੀਐਂਟ -4c ਔਰ ਉਰੋਂ ਦੀ 3c, c - 4c + 3c, एक n³ ਦਾ ਕੋਐਫੀਸ਼ੀਐਂਟ ਇਹ ਬਣੇਗਾ। ਹੋਰ ਕਿਤੇ ਵੀ n³ ਨਹੀਂ ਹੈਗਾ, ਸਿਰਫ ਉਰੇ ਹੀ ਸੀਗਾ। ਬਟ ਤੁਸੀਂ ਦੇਖ ਸਕਦੇ ਹੋ 3c + c ਆ ਦੋਵੇਂ ਮਿਲ ਕੇ ਬਣ ਗਿਆ 4c, ਤੇ 4c - 4c ਕੈਨਸਲ ਹੋ ਗਿਆ। ਫਿਰ n² ਵਾਲੇ ਜਿਹੜੇ ਟਰਮਸ ਹੈ ਉਹ ਤੁਸੀਂ ਇਕੱਠੇ ਕਰ ਲੈਣੇ। ਤਾਂ ਉਰੇ ਜਿਵੇਂ dn² ਹੈਗਾ, ਤਾਂ ਇੱਕ ਕੋਐਫੀਸ਼ੀਐਂਟ n² ਦਾ ਆ ਗਿਆ d, ਫਿਰ ਇੱਥੋਂ ਦੀ ਆਏਗਾ ਜਦੋਂ -3 ਮਲਟੀਪਲਾਈ ਹੋਏਗਾ -4c ਨਾਲ, ਯਾਨੀ ਇਹ ਬਣ ਜਾਏਗਾ +12c ਇਹਦੇ ਵਿੱਚੋਂ, ਠੀਕ ਹੈ। ਸਿਮਿਲਰਲੀ ਇਹਦੇ ਵਿੱਚੋਂ ਕੀ ਬਣੇਗਾ d × n² ਯਾਨੀ -4d, ਇਹ dn² ਦੇ ਕੋਐਫੀਸ਼ੀਐਂਟ ਹੋ ਗਿਆ। ਇਸੇ ਤਰ੍ਹਾਂ ਇਹਦੇ ਵਿੱਚੋਂ ਕੀ ਮਿਲੇਗਾ, -6 ਮਲਟੀਪਲਾਈ ਹੋਏਗਾ 3c ਨਾਲ, ਯਾਨੀ ਕਿ -18c, ਤੇ ਇਹਦੇ ਵਿੱਚੋਂ dn², ਠੀਕ ਹੈ, ਤਾਂ 3 ਨਾਲ ਮਲਟੀਪਲਾਈ ਹੋ ਗਿਆ +3d। ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆ ਵਾਲਾ d and 3d 4d ਹੋ ਗਿਆ ਔਰ -4d ਆ ਰਿਹਾ, ਇਹ ਆਪਸ ਚ ਸਾਰੇ ਕੈਨਸਲ ਹੋ ਗਏ। ਤੁਹਾਡੇ ਕੋਲ ਰਿਮੇਨਿੰਗ ਰਿਹਾ 12c - 18c, ਯਾਨੀ ਕਿ -6c, ਔਰ ਨਾਲ ਇਹਦੇ ਕੋਐਫੀਸ਼ੀਐਂਟ ਕਿਹਦਾ ਸੀਗਾ n² ਬਸ -6c n²। ਸਿਮਿਲਰਲੀ ਹੁਣ ਤੁਸੀਂ ਜਿਹੜਾ n ਹੈ ਉਹਦੇ ਕੋਐਫੀਸ਼ੀਐਂਟਸ ਇਕੱਠੇ ਕਰ ਲੈਣੇ।
n ਦਾ ਕੋਐਫੀਸ਼ੀਐਂਟ ਜਿਵੇਂ ਉਰੋਂ ਤੁਹਾਡੇ ਕੋਲ ਹੈਗਾ ਪਹਿਲੀ ਟਰਮ ਦੇ ਵਿੱਚੋਂ f, ਠੀਕ ਹੈ, ਆ ਵਾਲਾ f ਆ ਗਿਆ। ਫਿਰ ਇਹਦੇ ਵਿੱਚੋਂ ਕੀ ਬਣੇਗਾ, ਇਹ 3 ਹੈਗਾ, -4c ਨਾਲ ਮਲਟੀਪਲਾਈ ਹੋ ਗਿਆ, -12c, ठीक है। फिर इसी तरह ਇਹਦੇ ਵਿੱਚੋਂ -2d है और -4 ਨਾਲ ਮਲਟੀਪਲਾਈ ਕਰਤਾ +8d, ਇਹਦੇ ਵਿੱਚੋਂ 12 into 3c 36c, 36c ਤੇ ਇਸੇ ਤਰ੍ਹਾਂ ਇਹਦੇ ਵਿੱਚੋਂ ਆ ਜਾਏਗਾ -4d ਤੇ ਇੱਥੋਂ ਆ ਜਾਏਗਾ -4d, ठीक है। ਤੇ fn ਵਾਲਾ ਵੀ ਰਹਿ ਗਿਆ, ਸੌਰੀ ਮਿਸ ਹੋ ਗਿਆ, ਉਰੇ ਆਪਣੇ ਕੋਲ +fn, ये भी हैगा -4f हो गया, यानी कि ये आ वाला f into -4 और आ वाला f आ जाएगा +3f, ये -4f है अपने को, ठीक है। सो f +3f 4f और -4f ये कैंसिल हो गया ते तुहाडे कोल c वाला की बचेगा 24c, आ देखो लिखा होया, और -4d + 8d, ठीक है। तो ये आ गया तुहाडे कोल -4d into n दोवां दे नाल है। इसी तरह कॉन्स्टेंट टर्म्स ਜਿਹੜੀਆਂ ਹੈਗੀਆਂ ਉਹ ਤੁਸੀਂ ਸਿਮਿਲਰਲੀ ਇਕੱਠੀਆਂ ਕਰ ਲਓਗੇ ਤਾਂ ਤੁਹਾਡੇ ਕੋਲ ਇਹ ਬਚਣੀਆਂ ਹੈਗੀਆਂ। ਜਿਵੇਂ ਅਸੀਂ ਹੁਣੀ n² n ਦਾ ਕੋਐਫੀਸ਼ੀਐਂਟ ਕੀਤਾ n³ n² n ਦਾ, ਉਸੇ ਤਰ੍ਹਾਂ ਕਨਸਟੈਂਟ ਟਰਮਸ ਤੁਹਾਡੇ ਕੋਲ ਇਹ ਬਚਣਗੀਆਂ। ਸੋ ਇਕੁਅਲਸ ਟੂ ਹੈਗਾ n², ਬਟ ਤਾਂ ਇਕੁਏਟਿੰਗ ਦਾ ਕੋਐਫੀਸ਼ੀਐਂਟਸ ਔਨ ਬੋਥ ਸਾਈਡਸ, ਤਾਂ n² ਦਾ ਕੋਐਫੀਸ਼ੀਐਂਟ ਉਰੇ -6c ਹੈ ਔਰ ਇੱਧਰ 1 ਹੈ, ਤਾਂ -6c = 1, ਤਾਂ c ਦੀ ਵੈਲਿਊ ਆ ਗਈ -1/6। ਫਿਰ n ਦਾ ਕੋਐਫੀਸ਼ੀਐਂਟ ਇੱਧਰੋਂ ਹੈ 24c -4d, बट इधर n वाली टर्म है नहीं, दैट्स वाई इक्वल टू 0। ਤੇ c ਦੀ ਵੈਲਿਊ ਜਦੋਂ ਅਸੀਂ -1/6 ਉਰੇ ਸਬਸਟੀਟਿਊਟ ਕਰਾਂਗੇ ਤਾਂ d ਦੀ ਵੈਲਿਊ ਸਾਡੇ ਕੋਲ -1 ਆ ਜਾਏਗੀ। ਤਾਂ ਫਿਰ ਕਾਂਸਟੈਂਟ ਟਰਮ ਐਟ ਲਾਸਟ ਜਿਹੜੀ ਹੈ, ਕਾਂਸਟੈਂਟ ਟਰਮ ਇਹ ਵਾਲੀ, ਠੀਕ ਹੈ, ਇਹਨੂੰ ਇਕੁਅਲ ਟੂ 0 ਲੈ ਲਿਆ, c ਐਂਡ d ਦੀਆਂ ਵੈਲਿਊ ਸਾਡੇ ਕੋਲ ਹੈਗੀਆਂ ਨੇ, ਸਬਸਟੀਟਿਊਟ ਕਰਕੇ f ਆ ਜਾਏਗਾ। ਤਾਂ ਦੈਟ ਮੀਨਸ ਜਿਹੜਾ ਪਾਰਟਿਕੂਲਰ ਸੋਲੂਸ਼ਨ ਅਸੀਂ ਆ ਸਪੋਜ਼ ਕੀਤਾ ਸੀ cn³ ਇਹਦੇ ਵਰਗਾ ਹੀ ਸੀਗਾ ਨਾ, ਉੱਥੇ ਸਪੋਜ਼ ਕੀਤਾ ਸੀ, ਤਾਂ ਦੇਖ ਸਕਦੇ ਹੋ ਇਹਦੇ ਵਿੱਚ ਵੈਲਿਊਜ਼ ਅਸੀਂ ਉਰੇ ਪੁੱਟ ਕੀਤੀਆਂ ਹੈਗੀਆਂ। तो c ਦੀ ਵੈਲਿਊ -1/6, d ਦੀ ਵੈਲਿਊ -1 ਔਰ f ਦੀ ਵੈਲਿਊ -7, ਉਰੇ ਆਪਣੇ ਕੋਲ ਜਿਹੜਾ ਹੈ f ਦੀ ਵੈਲਿਊ -14/3, ਸੌਰੀ ਹੇਅਰ ਵੀ ਹੈਵ 14/3। ਤੇ ਫਿਰ ਹੁਣ ਤੁਸੀਂ ਇਹ ਜਿਹੜਾ ਪਾਰਟਿਕੂਲਰ ਸੋਲੂਸ਼ਨ ਹੈ ਇਹਨੂੰ ਤੁਸੀਂ ਕੰਬਾਈਨ ਕਰ ਦੇਣਾ ਹੈ ਇਸ ਹੋਮੋਜੀਨੀਅਸ ਸੋਲੂਸ਼ਨ ਦੇ ਨਾਲ। ਇਹ ਹੋਮੋਜੀਨੀਅਸ ਸੋਲੂਸ਼ਨ ਸੀਗਾ ਔਰ ਇਹ ਪਾਰਟਿਕੂਲਰ ਸੋਲੂਸ਼ਨ ਇਹਦੇ ਨਾਲ ਕੰਬਾਈਨ ਕਰ ਦੋਗੇ ਤਾਂ ਤੁਹਾਡੇ ਕੋਲ ਇਹ ਜਿਹੜਾ ਕੰਪਲੀਟ ਸੋਲੂਸ਼ਨ ਹੈ ਇਹ ਵਾਲਾ, ਇਹ ਤੁਹਾਡੇ ਕੋਲ ਬਣ ਜਾਏਗਾ, ਵਿਚ ਇਜ਼ ਦਾ ਸਮ ਆਫ homogeneous plus particular। ਤਾਂ ਇਹ ਸਾਰਾ ਕੁਐਸਚਨ ਸੀਗਾ। ਜੇ ਇਨੀਸ਼ੀਅਲ ਕੰਡੀਸ਼ਨਸ ਇਸ ਕੁਐਸਚਨ ਚ ਪ੍ਰੋਵਾਈਡਡ ਹੁੰਦੀਆਂ ਤਾਂ ਫਿਰ ਅਸੀਂ ਇਹ α1 ਤੇ α2 ਐਂਡ ਦੇ ਵਿੱਚ ਫਿਰ ਉਵੇਂ ਹੀ ਸੋਲਵ ਕਰ ਲੈਣੇ ਸੀ, ਠੀਕ ਹੈ, ਜੋ ਵੀ ਇਨੀਸ਼ੀਅਲ ਕੰਡੀਸ਼ਨਸ ਉਹ ਸਾਨੂੰ ਪ੍ਰੋਵਾਈਡ ਕਰੂਗਾ। ਹੁਣ ਤੱਕ ਅਸੀਂ ਜੋ ਐਕਸਪੋਨੈਂਸ਼ੀਅਲ ਵੀ ਪੜ੍ਹ ਲਿਆ ਹੈਗਾ, ਪੋਲੀਨੋਮੀਅਲ ਵੀ ਪੜ੍ਹ ਲਿਆ। ਨੈਕਸਟ ਐਗਜ਼ਾਮਪਲ ਦੇ ਵਿੱਚ ਇਹ ਦੋਵਾਂ ਦਾ ਸਮ ਆ ਗਿਆ। ਦੇਖੋ ਪੋਲੀਨੋਮੀਅਲ ਦੇ ਬਾਰੇ ਅੱਜ ਦੇ ਲੈਕਚਰ ਚ ਡਿਸਕਸ ਹੋਇਆ ਔਰ ਐਕਸਪੋਨੈਂਸ਼ੀਅਲ ਦੇ ਬਾਰੇ ਪ੍ਰੀਵੀਅਸ ਲੈਕਚਰ ਚ ਡਿਸਕਸ ਹੋਇਆ ਸੀ, ਔਰ ਦੋਵੇਂ ਪਲੱਸ ਦੀ ਫਾਰਮ ਚ ਹੈ, ਠੀਕ ਹੈ। ਤਾਂ ਇਹਦੇ ਲਈ ਪਾਰਟਿਕੂਲਰ ਸੋਲੂਸ਼ਨ ਕਿਵੇਂ ਹੋਊਗਾ ਉਹਦੀ ਡਿਸਕਸ਼ਨ ਹੋਊਗੀ। ਤਾਂ ਉਸ ਤੋਂ ਪਹਿਲਾਂ ਇਨੀਸ਼ੀਅਲ ਕੰਡੀਸ਼ਨਸ ਗਿਵਨ ਹੈ ਤੇ ਐਸੋਸੀਏਟਿਡ ਹੋਮੋਜੀਨੀਅਸ ਅਸੀਂ ਬਣਾ ਲਾਂਗੇ। ਐਸੋਸੀਏਟਿਡ ਹੋਮੋਜੀਨੀਅਸ ਸਿਰਫ ਆਹੀ ਟਰਮਸ ਆਣਗੀਆਂ an ਵਾਲੀਆਂ ਇਕੁਅਲ ਟੂ 0, ਕੈਰੈਕਟਰਿਸਟਿਕ ਇਕੁਏਸ਼ਨ ਲੈ ਲੈਣੀ, ਠੀਕ ਹੈ, r² -4r + 4 = 0। ਤਾਂ r ਦੇ ਵੈਲਿਊਜ਼ 2 ਜਾਂ ਇੱਕੋ ਹੀ ਆਈ ਤੁਹਾਡੇ ਕੋਲ 2, ਠੀਕ ਹੈ, 2 ਟਾਈਮਸ ਰਿਪੀਟਡ ਹੈ। ਤਾਂ ਫਿਰ ਹੋਮੋਜੀਨੀਅਸ ਕਿਵੇਂ ਬਣਾਉਣਾ ਇਸ ਦਾ, ਸੇਮ ਮੈਥਡ, क्योंकि 2 टाइम्स रिपीटेड है, रिपीटेड 2 टाइम्स है तो दो कांस्टेंट इनु प्रोवाइड करने α1 ਤੇ α2 ਤੇ ਸੈਕੰਡ ਕਾਂਸਟੈਂਟ ਨਾਲ n ਮਲਟੀਪਲਾਈ ਕਰ ਦੇਣਾ ਔਰ ਨਾਲ 2 ਦੀ ਪਾਵਰ n, ਜਿਹੜਾ ਰੂਟ ਸਾਡੇ ਕੋਲ r ਦੀ ਵੈਲਿਊ ਆਈ ਸੀ ਉਹਦੀ ਪਾਵਰ n। ਤਾਂ ਇਹ ਦਾ ਹੋਮੋਜੀਨੀਅਸ ਬਣ ਗਿਆ। ਹੁਣ ਬਟ ਜਦੋਂ ਅਸੀਂ ਉਹਨੇ ਦਾ ਪਾਰਟਿਕੂਲਰ ਲਿਖਣਾ ਹੈਗਾ, ਪਾਰਟਿਕੂਲਰ ਇਹਦੇ ਮੁਤਾਬਿਕ ਲਿਖਣਾ ਹੈ। ਹੁਣ ਇਹ ਹੈਗੇ ਦੋਵੇਂ ਪਲੱਸ ਦੇ ਵਿੱਚ ਹੈ, ਤਾਂ ਜਿਹੜਾ 3n ਦਾ ਮੈਥਡ ਸੀਗਾ ਲਿਖਣ ਦਾ, ਪੋਲੀਨੋਮੀਅਲ ਦਾ ਜਿਹੜਾ ਮੈਥਡ ਹੈ ਲਿਖਣ ਦਾ, ਉਹ ਤੁਸੀਂ ਉਵੇਂ ਹੀ ਲਿਖਣਾ ਹੈਗਾ ਜਿਵੇਂ ਅੱਜ ਤੁਹਾਨੂੰ ਦੱਸਿਆ ਸੀਗਾ, cn + d, ਕਿਉਂਕਿ 1 ਡਿਗਰੀ ਦੀ ਪੋਲੀਨੋਮੀਅਲ ਹੈ, cn + d ਲਿਖ ਲਿਆ। ਐਕਸਪੋਨੈਂਸ਼ੀਅਲ ਦਾ ਜਿਵੇਂ ਤੁਹਾਨੂੰ ਦੱਸਿਆ ਸੀ ਉਵੇਂ ਹੀ ਲਿਖਣਾ ਹੈ, ਸੇਮ ਉਵੇਂ ਹੀ ਕਿ ਐਕਸਪੋਨੈਂਸ਼ੀਅਲ ਦੇ ਨਾਲ ਇੱਕ ਕਾਂਸਟੈਂਟ ਲਗਾ ਲਓ p * 2n। ਬਟ ਹੁਣ ਤੁਸੀਂ ਇਹ ਚੈੱਕ ਕਰਨਾ ਹੈ, ਫਿਰ ਅਗੇਨ ਹੋਮੋਜੀਨੀਅਸ ਸੋਲੂਸ਼ਨ ਦੇ ਨਾਲ ਇਹਨੂੰ ਕੰਪੇਅਰ ਕਰੋਗੇ। ਹੋਮੋਜੀਨੀਅਸ ਉਰੇ ਮੈਂ ਸਾਈਡ ਤੇ ਲਿਖ ਦਿੰਦਾ ਦੁਬਾਰਾ ਤੋਂ, α1 + n α2 ਤੇ * 2 ਦੀ ਪਾਵਰ n, ਇਹ ਹੈਗਾ ਹੋਮੋਜੀਨੀਅਸ ਸਾਡਾ। ਤੇ ਇਸ ਦੇ ਨਾਲ ਤੁਸੀਂ ਕੰਪੇਅਰ ਕਰਨਾ ਹੈ ਕਿਹੜੀ ਟਰਮ ਐਸੀ ਹੈਗੀ ਹੈ ਜੋ ਅਸੀਂ ਸਪੋਜ਼ ਕੀਤਾ ਇਹ ਅਕੋਰਡਿੰਗ ਟੂ ਰੂਲ, ਕਿਹੜੀ ਟਰਮ ਐਸੀ ਹੈਗੀ ਹੈ ਜਿਹੜੀ ਕਿ, ਸੌਰੀ ਆਈ ਵਿਲ ਰਾਈਟ ਇਟ ਅਗੇਨ, α1 + n α2 2 ਪਾਵਰ n, ਕਿਹੜੀ ਟਰਮ ਐਸੀ ਹੈਗੀ ਹੈ ਇਹਦੇ ਵਿੱਚ ਜਿਹੜੀ ਹੋਮੋਜੀਨੀਅਸ ਨਾਲ ਮੈਚ ਕਰਦੀ ਹੈ। ਤਾਂ cn + d ਵਰਗੀ ਦਾ ਕੋਈ ਟਰਮ ਨਹੀਂ, ਕਿਉਂਕਿ ਜੇ ਤੁਸੀਂ ਇਹ ਕਹਿ ਰਹੇ ਹੋ ਇਹ ਹੈਗੀ ਹੈ ਬਟ ਇਹਦੇ ਨਾਲ 2n ਵੀ ਹੈਗਾ ਮਲਟੀਪਲਾਈ, so we can't consider that कि cn + d ਇਹਦੇ ਵਰਗਾ ਹੈਗਾ ਕਿਉਂਕਿ 2n ਦੀ ਪਾਵਰ n ਨਾਲ ਮਲਟੀਪਲਾਈ।
बट आ वाली टर्म नु जेकर तुसी नोट करो p दी 2n इस दे वर्गी टर्म उरे हैगी है होमोजीनियस, क्योंकि जब तुसी इहनू ओपन करोगे यू विल गेट अल्फा 1 2n प्लस अल्फा 2 n into 2n, ये दो टर्म्स आनियां इहनू ब्रैकेट नु ओपन कर ਤਾਂ p into 2n ਆ ਰਹੀ ਤੁਹਾਡੇ ਕੋਲ ਟਰਮ ਅਲਫਾ 1 into 2n ਇਹਦੇ ਵਰਗੀ ਟਰਮ। ਤਾਂ ਇਹਦਾ ਮਤਲਬ ਹੋਮੋਜੀਨੀਅਸ ਸੋਲੂਸ਼ਨ ਚ ਇਹਦੇ ਵਰਗੀ ਟਰਮ ਹੈਗੀ ਹੈ। ਤਾਂ ਜਿਹੜਾ ਅਸੀਂ 3n ਦੇ ਕੋਰਸਪੋਂਡਿੰਗ ਬਣਾਇਆ ਸੀ ਉਹਦੇ ਵਰਗੀ ਤਾਂ ਕੋਈ ਟਰਮ ਨਹੀਂ ਨਾ। ਤਾਂ ਇਸ ਵਾਰ ਜਿਹੜਾ n ਨਾਲ ਮਲਟੀਪਲਾਈ ਕਰਨਾ ਉਹ ਗੌਰ ਕਰਿਓ ਸਾਰੀ ਟਰਮ ਨਾਲ ਨਹੀਂ ਕਰਨਾ ਹੈਗਾ, ਕਿਉਂਕਿ ਉਰੇ ਦੋ ਜਿਹੜੇ ਆਏ ਆਪਣੇ ਕੋਲੇ ਪਲੱਸ ਦੇ ਵਿੱਚ ਆਏ ਨੇ। ਤਾਂ 3n ਵਾਲੀ ਟਰਮ ਦੇ ਕੋਰਸਪੋਂਡਿੰਗ ਕੁਝ ਵੀ ਮਲਟੀਪਲਾਈ ਨਹੀਂ ਕਰਨਾ, ਇਹ ਐਸ ਸੱਚ ਹੀ ਰਹੂਗਾ। बट ਇਹਦੇ ਨਾਲ ਦੀ ਟਰਮ ਜਿਹੜੀ p2n ਸੀ ਇਹਦੇ ਵਰਗੀ ਟਰਮ ਸਾਡੇ ਕੋਲ ਹੋਮੋਜੀਨੀਅਸ ਚ ਸੀ, ਤਾਂ n ਕੱਲਾ ਇਹਦੇ ਨਾਲ ਮਲਟੀਪਲਾਈ ਕਰਨਾ। ਪਹਿਲਾਂ ਅਸੀਂ ਇਹ ਕਿਹਾ ਸੀਗਾ ਕਿਉਂਕਿ ਉੱਥੇ ਇੱਕੋ ਹੀ ਟਰਮ ਹੁੰਦੀ ਸੀ ਤਾਂ ਅਸੀਂ ਸਾਰੀ ਟਰਮ ਨੂੰ n ਨਾਲ ਮਲਟੀਪਲਾਈ ਕਰਦੇ ਸੀ। ਬਟ ਉਰੇ ਕਿਉਂਕਿ 2 ਪਾਵਰ n ਵਾਲੇ ਦੇ ਪਾਰਟਿਕੂਲਰ ਸੋਲੂਸ਼ਨ ਨੇ ਪ੍ਰੋਬਲਮ ਕ੍ਰੀਏਟ ਕੀਤੀ ਹੈ ਔਰ ਇਹ ਪਲੱਸ ਦੇ ਵਿੱਚ ਹੈ, ਤਾਂ ਇਸ ਕਰਕੇ n ਕੱਲਾ 2 ਪਾਵਰ n ਵਾਲੇ ਨਾਲ ਮਲਟੀਪਲਾਈ ਹੋਏਗਾ। ਬਟ ਇਹਨੂੰ ਵੀ ਮਲਟੀਪਲਾਈ ਕਰਨ ਤੋਂ ਬਾਅਦ ਅਸੀਂ ਕੀ ਦੇਖਿਆ, ਇਹ ਵਾਲੀ ਟਰਮ ਇਹਦੇ ਨਾਲ ਮੈਚ ਕਰ ਗਈ ਹੁਣ, ठीक है, इस दे नाल मैच कर गई हैगी। आ वाला जेड़ा साडा है अल्फा 2 n into 2n इहदे नाल मैच करनी शुरू कर गई। समझ आ रही है मेरी गल सारियां? इहदे नाल मैच कर गई क्योंकि n into 2n आ गया, उरे भी साडे कोल n into 2n और नाल कांस्टेंट, और उरे भी यही सीगा। तो अगेन द होमोजेनियस सॉल्यूशन कंटेन्स द टर्म्स ऑफ द टाइप p n into 2n। सो नेक्स्ट ट्रायल विल बी एक n होर मल्टीप्लाई कर दो इहदे नाल p n स्क्वायर कर दो। ਤੇ ਹੁਣ ਕੋਈ ਵੀ ਟਰਮ ਹੋਮੋਜੀਨੀਅਸ ਦੇ ਵਿੱਚ ਸਾਡੇ ਕੋਲ ਇਹਦੇ ਨਾਲ ਮੈਚ ਨਹੀਂ ਕਰਦੀ, ਇਹਦੇ ਨਾਲ ਮੈਚ ਹੁਣ ਨਹੀਂ ਕਰਦੀ। ਸੋ ਫਿਰ an-1 ਅਸੀਂ ਫਾਈਂਡ ਕਰਾਂਗੇ ਸੇਮ ਉਸੇ ਤਰ੍ਹਾਂ n ਨੂੰ ਚੇਂਜ ਕਰਾਂਗੇ n-1 ਚ, ਠੀਕ ਹੈ, ਸਾਰੇ ਕਿਤੇ ਜਿੱਥੇ ਜਿੱਥੇ ਵੀ ਹੈਗਾ। ਫਿਰ an-2 ਲਈ n ਨੂੰ ਚੇਂਜ ਕਰਾਂਗੇ n-2 ਚ ਸਾਰੇ ਕਿਤੇ ਜਿੱਥੇ ਜਿੱਥੇ ਵੀ ਹੈਗਾ। ਫਿਰ ਇਹ ਤਿੰਨੋਂ ਵੈਲਿਊਜ਼ ਚੱਕ ਕੇ ਆਪਾਂ ਆਪਣਾ ਜਿਹੜਾ ਸੋਲੂਸ਼ਨ ਹੈ ਉਹਦੇ ਵਿੱਚ ਸਬਸਟੀਟਿਊਟ ਕਰ ਦਾਂਗੇ, ਜਿਹੜੇ ਸਾਡਾ ਰੈਫਰੈਂਸ ਰਿਲੇਸ਼ਨ ਹੈ ਉਹਦੇ ਵਿੱਚ ਸਬਸਟੀਟਿਊਟ ਕਰ ਦਾਂਗੇ। ਉਰੇ an ਸੀਗਾ, ये सारा an-1 और प्लस 4 an-2 और बराबर हैगा 3n plus 2n, ਇਹਦੇ ਬਰਾਬਰ ਰੱਖਿਆ ਹੋਇਆ ਹੈ। ਤੇ ਫਿਰ ਹੁਣ ਕੀ ਕਰਨਾ ਹੈਗਾ, ਤੁਸੀਂ ਜਿਹੜੀਆਂ ਟਰਮਸ ਹੈ ਉਸੇ ਤਰ੍ਹਾਂ ਕੰਬਾਈਨ ਕਰਨੀਆਂ ਹੈਗੀਆਂ। 2 ਦੀ ਪਾਵਰ n ਵਾਲੀਆਂ ਟਰਮਸ ਅਲੱਗ ਤੋਂ ਕੰਬਾਈਨ ਕਰਨੀਆਂ ਤੁਸੀਂ। ਇਹ ਤਿੰਨ ਹੈਗੀਆਂ ਨੇ ਜਿਹੜੀਆਂ 2 ਦੀ ਪਾਵਰ n ਵਾਲੀਆਂ ਟਰਮਸ ਹੈ। ਹਮੇਸ਼ਾ ਐਕਸਪੋਨੈਂਸ਼ੀਅਲ ਵਾਲੀਆਂ ਅਲੱਗ ਹੀ ਇਕੱਠੀਆਂ ਕਰਿਆ ਕਰੋ। ਤਾਂ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਮੈਂ 2 ਪਾਵਰ n ਕਾਮਨ ਲਿੱਤਾ ਹੈ, ਤਾਂ ਇਹਦੇ ਕੋਲ ਕੀ ਬਚੇਗਾ pn ਸਕੁਆਇਰ। ਇਹਦੇ ਚੋਂ 2 ਪਾਵਰ n ਆ n ਤਾਂ ਅਸੀਂ ਬਾਹਰ ਲੈ ਲਿਆ, -1 ਪਾਵਰ ਬਚ ਗਈ, ਯਾਨੀ 1/2। ਇਹਦੇ ਵਿੱਚੋਂ ਕੀ ਬਚਿਆ 1/2, ਔਰ 1/2 ਜਦੋਂ ਇਸ -4 ਨਾਲ ਮਲਟੀਪਲਾਈ ਹੋਏਗਾ ਯੂ ਵਿਲ ਗੈਟ -2। ਸੋ ਇਹ ਵਾਲੀ ਟਰਮ ਤੁਹਾਡੇ ਕੋਲ ਆਏਗੀ -2pn ਸਕੁਆਇਰ। ਜਦ ਇਹਦਾ ਹੋਲ ਸਕੁਆਇਰ ਖੋਲੋਗੇ n ਸਕੁਆਇਰ -2n + 1, ਪਹਿਲੀ ਟਰਮ n ਸਕੁਆਇਰ ਹੋਏਗੀ, ਉਹਦੇ ਕੋਰਸਪੋਂਡਿੰਗ ਆ ਗਈ। ਸਿਮਿਲਰਲੀ ਤੁਸੀਂ ਇਹ ਸਾਰੀਆਂ ਟਰਮਸ ਇਹ ਹੋਲ ਸਕੁਆਇਰਸ ਓਪਨ ਕਰਕੇ, ਠੀਕ ਹੈ, ਇਹਦੇ ਵਿੱਚੋਂ ਵੀ ਜੇ ਤੁਸੀਂ 2n ਕਾਮਨ ਲੈ ਲਿਆ ਇਹਦੇ ਕੋਲ ਕੀ ਬਚੇਗਾ 1/2 ਸਕੁਆਇਰ, क्योंकि 2 ਦੀ ਪਾਵਰ -2 यानी 1/4। ਇਹ 4 ਤੇ ਆ ਵਾਲਾ 4 ਇਹਦੇ ਵਾਰੀ ਕੱਟ ਜਾਏਗਾ, ਤਾਂ ਇਹਦੇ ਵਿੱਚੋਂ ਸਿੰਪਲੀ ਟਰਮਸ ਆਣਗੀਆਂ ਓਪਨ ਕਰਕੇ। ਆ ਦੇਖੋ pn ਸਕੁਆਇਰ ਆ ਗਿਆ, ਤੇ 2ab ਵਾਲੀ ਟਰਮ ਇਹਦੀ ਕੀ ਬਣਨੀ ਹੈ -4np ਆ ਗਿਆ, ਔਰ +4 ਬਣੇਗਾ +4p ਆ ਗਿਆ। ਤੇ ਇਹਦੇ ਵਿੱਚੋਂ ਇੱਥੇ ਬਾਹਰ 2 ਹੀ ਰਹਿ ਗਿਆ ਕਿਉਂਕਿ ਇਹ ਹਾਫ ਸੀਗਾ, ਔਰ ਉਹਦੇ 2 ਰਹਿ ਗਿਆ ਹੈਗਾ। ਕੱਲੇ ਇਹਦੇ ਵਾਸਤੇ ਮੈਂ ਗੱਲ ਕਰ ਰਿਹਾ 2 ਪਾਵਰ n ਵਾਸਤੇ। ਤਾਂ ਇਹਦੀਆਂ ਸਾਰੀਆਂ ਹੋਲ ਸਕੁਆਇਰ ਦੀਆਂ ਟਰਮਸ 2 ਟਾਈਮਸ ਹੋ ਕੇ ਆ ਗਈਆਂ ਔਰ ਮਾਈਨਸ ਨਾਲ ਮਲਟੀਪਲਾਈ। ਤੇ ਫਿਰ ਬਾਕੀ ਜਿਹੜਾ ਬਾਹਰ ਤੁਹਾਡੇ ਕੋਲ ਹੈਗਾ c ਵਾਲਾ ਉਹ ਤੁਸੀਂ ਚੈੱਕ ਕਰੋ। ਇਹ ਤਾਂ 2n ਦੀ ਗੱਲ ਹੋ ਗਈ, cn plus d ਉਰੇ ਹੈ ਆਪਣੇ ਕੋਲ। ਤਾਂ ਇਹਨਾਂ ਦੇ ਕੋਐਫੀਸ਼ੀਐਂਟਸ ਕੈਲਕੂਲੇਟ ਕਰਦੇ ਆ। cn plus d ਉਰੋਂ ਕੀ ਆਏਗਾ -4cn plus 4c plus d। ਇਹਦੇ ਵਿੱਚੋਂ ਕੀ ਆਏਗਾ 4cn -8c plus d, ਤੇ ਇੱਥੋਂ ਆਪਣੇ ਕੋਲ ਹੈਗਾ cn plus d। ਹੁਣ ਤੁਸੀਂ ਆਪਣੇ ਆਪ ਚੈੱਕ ਕਰ ਸਕਦੇ ਹੋ ਕੀ ਤੁਹਾਡੇ ਕੋਲ ਰਿਮੇਨਿੰਗ ਬਚੇਗਾ। -4cn plus 4cn ਜਿਹੜਾ ਹੈਗਾ ਇਹ ਕੈਨਸਲ ਹੋ ਗਿਆ ਹੈਗਾ ਆਪਣਾ, ਠੀਕ ਹੈ, -4cn plus 4cn ਇਹ ਕੈਨਸਲ ਹੋ ਗਿਆ, ਤੇ ਉਰੇ +4c -8c, ਠੀਕ ਹੈ, ਇਹ ਤੁਹਾਡੇ ਕੋਲ ਬਣ ਗਿਆ -4c ਆ ਪਿਆ ਹੈਗਾ। ਤੇ ਉਰੋਂ ਦੀ ਇਹ ਜਿਹੜਾ ਹੈ ਤੁਹਾਡੇ ਕੋਲ ਸੌਰੀ ਇਹ -4d ਆਣਾ ਸੀ ਉਰੇ, आई हैव टेकन इट रॉन्ग, -4d और उरे भी +4d, ये भी आपस में कैंसिल हो गए हैगे, तो +d आ गया हैगा और cn आ गया ਤੁਹਾਡੇ ਕੋਲ, ठीक है, ਕੱਲਾ cn + d - 4c। ਫਿਰ ਹੁਣ ਉਸੇ ਤਰ੍ਹਾਂ ਹੀ ਕਰਨਾ ਹੈਗਾ, ਅਸੀਂ ਕੋਐਫੀਸ਼ੀਐਂਟਸ ਨੂੰ ਇਕੁਏਟ ਕਰਨਾ ਹੈ। ਉਰੇ ਆਪਣੇ ਕੋਲ n ਦਾ ਕੋਐਫੀਸ਼ੀਐਂਟ ਹੈ ਤੇ 2n ਦਾ ਕੋਐਫੀਸ਼ੀਐਂਟ ਹੈ। ਤਾਂ n ਦਾ ਕੋਐਫੀਸ਼ੀਐਂਟ ਉਰੇ ਕੱਲਾ ਆਪਣੇ ਕੋਲ c ਹੈ, ਤਾਂ c ਦੀ ਵੈਲਿਊ 3 ਹੋਗੀ ਇਹਦੇ ਨਾਲ ਕੰਪੇਅਰ ਕਰਕੇ। ਤੇ ਇਹ ਹੈਗਾ ਕਾਂਸਟੈਂਟ, ਕਾਂਸਟੈਂਟ ਟਰਮ ਇੱਧਰ ਕੋਈ ਵੀ ਨਹੀਂ, ਤਾਂ d - 4c 0, ਤਾਂ d ਬਰਾਬਰ ਹੋ ਗਿਆ 12 ਦੇ।
फिर इसनू सिंपलीफाई करके सारे दे सारे नू तुसी देख सकते हो प्लस 4pn माइनस 4pn कैंसल हो गया हैगा ठीक है ते इसनू सारे नू जब तुसी कंपेयर करोगे ਤਾਂ 2p is equals to 1 ਆਪਣੇ ਕੋਲ ਇਹ ਆਏਗਾ ਠੀਕ ਹੈ ਉਰੋਂ ਤੁਸੀਂ ਦੇਖ ਸਕਦੇ ਹੋ ਆ pn ਸਕੁਅਰ ਵੀ ਸਾਰਾ ਕਿਉਂਕਿ ਕੱਟ ਗਿਆ ਸੀਗਾ ਤਾਂ -4p 2p -2p 4p ਕੀ ਬਚੇਗਾ 2p ਔਰ ਇਹ 2n ਦਾ ਕੋਐਫੀਸ਼ੀਐਂਟ ਹੈ ਔਰ 2n ਦਾ ਕੋਐਫੀਸ਼ੀਐਂਟ ਉਰੇ 1 ਹੈਗਾ ਤਾਂ 2p = 1 ਤਾਂ p ਦੀ ਵੈਲਿਊ ਹਾਫ ਤਾਂ ਸਾਰੀਆਂ ਵੈਲਿਊ ਸਾਡੀਆਂ ਨਿਕਲ ਗਈਆਂ ਤਾਂ ਪਾਰਟਿਕੂਲਰ ਤੁਹਾਡਾ ਇਹ ਬਣ ਜਾਏਗਾ ਵੈਲਿਊ ਸਬਸਟੀਟਿਊਟ ਕਰ ਦਿਓ ਜੋ ਪਾਰਟਿਕੂਲਰ ਸਪੋਜ਼ ਕੀਤਾ ਸੀ ਫਿਰ ਇਹ ਹੋਮੋਜੀਨੀਅਸ ਸੀ ਔਰ ਦੋਵਾਂ ਨੂੰ ਮਿਲਾ ਕੇ ਇਹ ਕੰਪਲੀਟ ਸੋਲੂਸ਼ਨ ਬਣ ਗਿਆ और इस क्वेश्चन ਦੇ ਵਿੱਚ ਸਾਨੂੰ ਇਨੀਸ਼ੀਅਲ ਕੰਡੀਸ਼ਨਸ ਵੀ ਗਿਵਨ ਸੀਗੀਆਂ a0 a1 ਗਿਵਨ ਸੀ ਤਾਂ n ਨੂੰ 0 ਪੁੱਟ ਕਰਤਾ ਜੋ ਆਪਣਾ ਸੋਲੂਸ਼ਨ ਆਇਆ n ਨੂੰ 1 ਪੁੱਟ ਕਰਤਾ you can simply check it by calculation that this will be the value of a0 and this will be the value of a1 and both are given equal to 1 a0 ਸਾਨੂੰ 1 ਦੇ ਇਕੁਅਲ ਗਿਵਨ ਸੀਗਾ 1 ਪੁੱਟ ਕਰਕੇ ਅਲਫਾ 1 ਦੀ ਵੈਲਿਊ ਆ ਗਈ a1 ਵੀ ਸਾਨੂੰ 1 ਦੇ ਇਕੁਅਲ ਗਿਵਨ ਸੀਗਾ ਇਹਨੂੰ ਪੁੱਟ ਕਰਕੇ ਹੁਣ ਇਸ ਤੋਂ ਅਲਫਾ 2 ਦੀ ਵੈਲਿਊ ਆ ਜਾਏਗੀ ਸਿੰਪਲੀਫਾਈ ਕਰਕੇ ਤਾਂ ਇਹ ਤੁਹਾਡਾ ਫਾਈਨਲ ਸੋਲੂਸ਼ਨ ਜਿਹੜਾ ਹੈਗਾ ਇਹਦਾ ਕੰਸਟਰਕਟ ਹੋ ਗਿਆ ਹੈ ਤਾਂ ਕਹਿਣ ਦਾ ਮਤਲਬ ਇਹ ਦੋ ਜਿਹੜੇ ਹੈ ਕੰਬਾਈਨ ਹੋ ਕੇ ਵੀ ਆ ਸਕਦੇ ਜਿਵੇਂ ਇਸ ਚ ਪਲੱਸ ਦੇ ਨਾਲ ਕੰਬਾਈਨ ਹੋ ਕੇ ਆਏ ਆ ਆਉਣ ਵਾਲੇ ਲੈਕਚਰਸ ਦੇ ਵਿੱਚ ਮਲਟੀਪਲਾਈ ਵਾਲਾ ਵੀ ਜਿਹੜਾ ਹੈ ਉਹ ਅਸੀਂ ਡਿਸਕਸ ਕਰਾਂਗੇ ਕਿ ਜਦੋਂ ਕੋਈ ਦੋ ਫੰਕਸ਼ਨਸ ਜਿਹੜੇ ਹੈ ਮਲਟੀਪਲਾਈ ਫਾਰਮ ਚ ਆ ਜਾਣ ਤਾਂ ਉਹਦਾ ਪਾਰਟਿਕੂਲਰ ਕਿਵੇਂ ਸਪੋਜ਼ ਕਰਨਾ ਹੈ ਤਾਂ ਇਸ ਚ ਬਸ ਜਦੋਂ ਪਲੱਸ ਦਾ ਹੋਵੇ ਤਾਂ ਇਹ ਧਿਆਨ ਰੱਖੋ ਕਿਹਦਾ ਪ੍ਰੋਬਲਮ ਕ੍ਰੀਏਟ ਕਰ ਰਿਹਾ ਜਿਵੇਂ ਉਹਦੇ 3n ਵੀ ਸੀਗਾ 2n ਵੀ ਸੀਗਾ ਤਾਂ ਪਾਰਟਿਕੂਲਰ ਸੋਲੂਸ਼ਨ ਕਿਹਦਾ ਪ੍ਰੋਬਲਮ ਕ੍ਰੀਏਟ ਕਰ ਰਿਹਾ ਸੀਗਾ ਸਿਰਫ 2n ਦਾ ਤਾਂ n ਸਿਰਫ ਉਹਦੇ ਨਾਲ ਹੀ ਮਲਟੀਪਲਾਈ ਕਰਨਾ ਹੈ ਜਦੋਂ ਸਾਡੇ ਕੋਲੇ ਦੋਵੇਂ ਪਲੱਸ ਚ ਹੈ ਤਾਂ ਕੱਲੇ ਦੇ ਅਕੋਰਡਿੰਗ ਤੁਸੀਂ ਦੇਖਣਾ ਹੋਊਗਾ ਠੀਕ ਹੈ ਤਾਂ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਜਦੋਂ ਪਾਰਟਿਕੂਲਰ ਸੋਲੂਸ਼ਨ ਇਹਦਾ ਸੋਲਵ ਕਰ ਸੋ ਇਹ ਸਾਰਾ ਸੀਗਾ ਆਪਣੇ ਕੋਲ ਉਸ ਟਾਈਪ ਦੇ ਲਈ ਜਦੋਂ ਪੋਲੀਨੋਮੀਅਲਸ ਆਉਂਦੀਆਂ ਜਾਂ ਪੋਲੀਨੋਮੀਅਲ ਦੇ ਨਾਲ ਪਲੱਸ ਚ ਐਕਸਪੋਨੈਂਸ਼ੀਅਲ ਆਉਂਦਾ ਹੈ ਅੱਜ ਦਾ ਲੈਕਚਰ ਇਹਦੇ ਉੱਪਰ ਸੀ